ਬਿਜਲੀ ਜਾਣ ਦੀ ਸੂਰਤ ਦੇ ਵਿੱਚ ਸਾਡਾ ਵਾਈਫਾਈ ਜਿਹੜਾ ਫੌਰਨ ਬੰਦ ਹੋ ਜਾਂਦਾ ਤੇ ਅੱਜ ਮੈਂ ਤੁਹਾਨੂੰ ਇੱਕ ਐਸਾ ਸਸਤਾ ਜਿਹਾ ਜੁਗਾੜ ਦੱਸਾਂਗਾ ਜਿਹਨੂੰ ਫਾਲੋ ਕਰਦੇ ਆ ਤੁਹਾਡਾ ਜਿਹੜਾ ਵਾਈਫਾਈ ਕਦੀ ਬੰਦ ਨਹੀਂ ਹੋਏਗਾ, ਚਾਹੇ ਬਿਜਲੀ ਹੋਏਗੀ ਜਾਂ ਨਹੀਂ ਹੋਏਗੀ। ਸਭ ਤੋਂ ਮਜ਼ੇ ਦੀ ਗੱਲ ਇਹ ਵੇ ਕਿ ਤੁਸੀਂ ਇਹਨੂੰ ਆਮ ਮੋਬਾਈਲ ਚਾਰਜਰ ਦੇ ਨਾਲ ਚਾਰਜ ਵੀ ਕਰ ਸਕਦੇ ਜੇ ਤੇ ਨਾਲ ਤੁਹਾਨੂੰ ਬੈਕਅਪ ਵੀ ਦੇਗਾ। ਇਸ ਕੰਮ ਵਾਸਤੇ ਅਸੀਂ ਲੈਪਟਾਪ ਦੀਆਂ ਬੈਟਰੀਆਂ ਇਸਤੇਮਾਲ ਕਰਾਂਗੇ, ਇੱਕ TP4056 ਜਮਾ ਬੂਸਟਰ ਇਸਤੇਮਾਲ ਕਰਾਂਗੇ ਤੇ ਇਹਨੂੰ ਜਿਹੜਾ ਸਾਰੇ ਕਨੈਕਸ਼ਨ ਕਰਨ ਦਾ ਤੁਹਾਨੂੰ ਮੈਂ ਤਰੀਕਾ ਕਰ ਦੱਸਾਂਗਾ। ਪਹਿਲਾਂ ਤਾਂ ਸਾਨੂੰ ਰਾਊਟਰ ਦਾ ਪਤਾ ਹੋਣਾ ਚਾਹੀਦਾ ਕਿ ਕਿੰਨਾ ਕਰੰਟ ਲੈਂਦਾ ਹੈ। ਇਹਦੇ ਉੱਤੇ ਜਿਸ ਵੇਲੇ ਵੇਖਦੇ ਹਾਂ ਤਾਂ 12 ਵੋਲਟ ਹੈ ਤੇ 1.5 ਐਂਪੀਅਰ ਇਹਦੇ ਉੱਤੇ ਲਿਖਿਆ। 12 ਵੋਲਟ ਅਸੀਂ ਇਹਨੂੰ ਬਣਾ ਕੇ ਦੇਣੇ ਨੇ ਤੇ 1.5 ਐਂਪੀਅਰ ਇਹਦਾ ਸਟਾਰਟਿੰਗ ਕਰੰਟ ਹੁੰਦਾ। ਵੈਸੇ ਇਹਦਾ ਜਿਹੜਾ ਕਰੰਟ ਹੈ ਉਹ ਤਕਰੀਬਨ ਹਾਫ ਐਂਪੀਅਰ ਦੇ ਆਸ-ਪਾਸ ਹੀ ਰਹਿੰਦਾ ਹੈ। ਇਹਨੂੰ ਬਣਾਉਣ ਵਾਸਤੇ ਅਸੀਂ ਲੈਪਟਾਪ ਦੀ ਪੁਰਾਣੀ ਬੈਟਰੀ ਲੈ ਲੈਣੀ ਹੈ ਜਿਹਦੇ ਵਿੱਚ 6 ਸੈੱਲ ਹੁੰਦੇ ਨੇ ਤੇ 6 ਸੈੱਲ ਪਹਿਲੇ ਸੀਰੀਜ਼ ਦੇ ਵਿੱਚ ਲੱਗੇ ਹੁੰਦੇ ਨੇ। ਅਸੀਂ ਇਹਨਾਂ ਨੂੰ ਪੈਰਲਲ ਕਰ ਦੇਣਾ, ਜੈਸਾ ਕਿ ਪਹਿਲੇ ਕਨੈਕਸ਼ਨ ਇਸ ਤਰੀਕੇ ਦੇ ਨਾਲ ਹੁੰਦੇ ਨੇ ਕਿ ਦੋ ਸੈੱਲਾਂ ਦੇ ਪਹਿਲੇ ਜਿਹੜੇ ਪੋਜ਼ਿਟਿਵ ਤੇ ਨੈਗੇਟਿਵ ਆਪਸ ਦੇ ਵਿੱਚ ਮਿਲੇ ਹੁੰਦੇ ਨੇ। ਫਿਰ ਜਿਹੜੇ 3 ਸੈੱਟ ਬਣੇ ਹੁੰਦੇ ਨੇ, 3 ਸੈੱਟਾਂ ਦੇ ਜਿਹੜੇ ਪੋਜ਼ਿਟਿਵ ਤੇ ਨੈਗੇਟਿਵ ਆਪਸ ਦੇ ਵਿੱਚ ਡਿਫਰੈਂਟ ਹੁੰਦੇ ਨੇ, ਯਾਨੀ ਕਿ ਸੀਰੀਜ਼ ਦੇ ਵਿੱਚ ਕਨੈਕਸ਼ਨ ਹੋਏ ਹੁੰਦੇ ਨੇ। ਸੋ ਜਿਹੜੇ 3 ਸੈੱਟ ਬਣੇ ਨੇ ਅਸੀਂ ਇਹਨਾਂ ਨੂੰ ਲੈ ਲੈਣਾ ਤੇ ਇਹਨਾਂ ਦੇ ਪੋਜ਼ਿਟਿਵ ਆਪਸ ਦੇ ਵਿੱਚ ਤੇ ਨੈਗੇਟਿਵ ਆਪਸ ਦੇ ਵਿੱਚ ਜੋੜ ਕੇ ਇਹਨਾਂ ਨੂੰ ਪੈਰਲਲ ਕਰ ਦੇਣਾ। ਇਸ ਤਰੀਕੇ ਦੇ ਨਾਲ ਇਹ ਹੋਏਗਾ ਕਿ ਸਾਡੇ ਜਿਹੜੇ ਸੈੱਲ ਨੇ ਕਮ ਸੇ ਕਮ ਜਿਹੜਾ ਤੁਹਾਨੂੰ 7 ਤੋਂ 8 ਘੰਟੇ ਜਿਹੜਾ ਕਮ ਸੇ ਕਮ ਬੈਕਅਪ ਦੇ ਜਾਣਗੇ। ਮੈਂ ਅਜੇ ਫਿਲਹਾਲ ਸਿਰਫ 2 ਸੈੱਲਾਂ ਦੇ ਨਾਲ ਤੁਹਾਨੂੰ ਇਹਨੂੰ ਚਲਾ ਕੇ ਚੈੱਕ ਕਰਾਵਾਂਗਾ। ਜੈਸਾ ਕਿ ਤੁਸੀਂ ਵੇਖ ਰਹੇ ਜੇ TP4056 ਇੱਕ ਸਾਡੇ ਕੋਲ ਸਰਕਟ ਹੈ, ਨਾਲ ਉਹਦੇ ਵਿੱਚ ਬੂਸਟਰ ਬਣਿਆ ਜਿਹਦੇ ਵਿੱਚ ਇੱਕ ਵੇਰੀਏਬਲ ਹੈ। ਸੈੱਲ ਤੇ ਜਿਸ ਵੇਲੇ ਅਸੀਂ ਵੋਲਟੇਜ ਚੈੱਕ ਕਰਦੇ ਹਾਂ ਤੇ 3.7 ਆ ਰਹੇ ਨੇ ਤੇ ਅਸੀਂ ਇਹਨੂੰ ਥੋੜਾ ਜਿਹਾ ਚਾਰਜ ਵੀ ਕਰ ਲੈਣੇ। ਜਿਹੜੇ ਵੋਲਟੇਜ ਇਹਦੇ 4 ਤੇ ਚਲੇ ਜਾਣਗੇ ਤੇ ਇਹ ਜਿਹੜਾ ਬੂਸਟਰ ਹੈ ਜਿਹੜਾ ਮੈਂ ਤੁਹਾਡੇ ਵਾਸਤੇ ਇਸਤੇਮਾਲ ਕਰ ਰਿਹਾ, ਇਹਦੀ ਸਭ ਤੋਂ ਵੱਡੀ ਗੱਲ ਇਹ ਵੇ ਕਿ ਤੁਸੀਂ ਇਹਨੂੰ ਤਕਰੀਬਨ 1.5 ਤੋਂ 2 ਵੋਲਟ ਜਾਂ 3 ਵੋਲਟ ਦੇਣੇ ਨੇ ਤੇ ਤੁਹਾਨੂੰ ਅੱਗੇ ਜਿਹੜਾ ਮੈਕਸਿਮਮ 26 ਵੋਲਟ ਬਣਾ ਕੇ ਦੇ ਸਕਦਾ ਹੈ। ਦੋਸਤੋ ਅਸੀਂ 2 ਤਾਰਾਂ ਲੈ ਲੈਣੀ ਹੈ। ਇੱਕ ਰੈੱਡ ਕਲਰ ਦੀ ਤਾਰ ਹੈ ਜਿਹਦੀ ਪੋਜ਼ਿਟਿਵ ਇਨਪੁਟ ਜਿੱਥੇ ਬੈਟਰੀ ਦਾ ਲਿਖਿਆ ਉੱਥੇ ਲਾ ਦੇਣੀ ਹੈ ਤੇ ਜਿੱਥੇ ਬੈਟਰੀ ਨੈਗੇਟਿਵ ਲਿਖਿਆ ਤੇ ਦੂਸਰੀ ਜਿਹੜੀ ਹੈ ਵਾਈਟ ਤਾਰ ਲਾ ਦੇਣੀ ਹੈ। ਫਿਰ ਦੋਸਤੋ ਅਸੀਂ ਇੱਕ ਫੀਮੇਲ ਸਾਕਟ ਲੈ ਲੈਣੀ ਹੈ ਜਿਹੜੀ ਚਾਰਜਰ ਦੇ ਨਾਲੋਂ ਵੀ ਅਸੀਂ ਕੱਢ ਸਕਦੇ ਹਾਂ ਤੇ ਆਫਟਰ ਮਾਰਕੀਟ ਵੀ ਇਹ ਚੀਜ਼ਾਂ ਮਿਲ ਜਾਂਦੀਆਂ ਹੁੰਦੀਆਂ ਤੇ ਇਹਨਾਂ ਨੂੰ ਅਸੀਂ ਛਿੱਲ ਲੈਣਾ। ਛਿੱਲ ਕੇ ਇਹਨੂੰ ਜਿਹੜਾ ਆਊਟਪੁੱਟ ਜਿੱਥੇ ਲਿਖਿਆ ਉਹਦੇ ਪੋਜ਼ਿਟਿਵ ਤੇ ਨੈਗੇਟਿਵ ਵੇਖ ਕੇ ਜਿੱਥੇ ਪੋਜ਼ਿਟਿਵ ਲਿਖਿਆ ਉੱਥੇ ਰੈੱਡ ਵਾਇਰ ਸੋਲਡ ਕਰ ਦੇਣੀ, ਜਿੱਥੇ ਨੈਗੇਟਿਵ ਲਿਖਿਆ ਉੱਥੇ ਵਾਈਟ ਤਾਰ ਸੋਲਡ ਕਰ ਦੇਣੀ ਹੈ। ਉਹ ਤਾਰਾਂ ਦੋਸਤੋ ਅਸੀਂ ਜੇ ਥੱਲੇ ਜਿਹੜੀਆਂ ਸੋਲਡ ਕੀਤੀਆਂ ਨੇ, ਵਾਈਟ ਕਲਰ ਦੀ ਤਾਰ ਹੈ ਜਿਹੜੀ ਸੈੱਲ ਦੇ ਮਾਈਨਸ ਤੇ ਲਾ ਦੇਣੀ ਹੈ ਤੇ ਜਿਹੜੇ ਦੂਸਰੀ ਤਾਰ ਰੈੱਡ ਕਲਰ ਦੀ ਉਹਨੂੰ ਪੋਜ਼ਿਟਿਵ ਤੇ ਲਾ ਦੇਣੀ ਹੈ ਜਿਹੜੇ ਸਾਡੇ ਕੋਲ ਬੈਟਰੀਆਂ ਨੇ। ਬਾਕੀ ਕਿਸੇ ਵੀ ਆਮ ਚਾਰਜਰ ਦੇ ਨਾਲ ਅਸੀਂ ਇਹਨੂੰ ਚਾਰਜਿੰਗ ਲਾ ਦੇਣੀ ਹੈ ਤੇ 24 ਘੰਟੇ ਚਾਰਜਿੰਗ ਲੱਗੇ ਵੀ ਰਹੇਗੀ ਤੇ ਓਵਰ ਚਾਰਜ ਵੀ ਨਹੀਂ ਕਰੇਗਾ ਤੇ ਨਾਲੋਂ ਨਾਲ ਚਾਰਜ ਵੀ ਹੁੰਦਾ ਰਹੇਗਾ ਤੇ ਜਿਸ ਵੇਲੇ ਬਿਜਲੀ ਜਾਏਗੀ ਤੇ ਚਾਰਜ ਬੈਟਰੀਆਂ ਤੁਹਾਨੂੰ ਬੈਕਅਪ ਵੀ ਦੇਣਗੀਆਂ। ਹੁਣ ਦੋਸਤੋ ਅਸੀਂ ਇਹਦੇ ਵੋਲਟੇਜ ਚੈੱਕ ਕਰ ਲੈਣੇ। ਇਹਦੇ ਵਿੱਚ ਵੋਲਟੇਜ 5 ਆ ਰਹੇ ਨੇ ਤੇ ਇਹਦੇ ਉੱਤੇ ਇੱਕ ਵੇਰੀਏਬਲ ਲੱਗੀ ਹੁੰਦੀ ਹੈ, ਉਹਨੂੰ ਘੁਮਾ ਕੇ ਤੇ ਜਿਹੜਾ ਵੋਲਟੇਜ ਅਸੀਂ ਉਹ ਸਿਲੈਕਟ ਕਰ ਲੈਣੇ। ਜੈਸਾ ਕਿ ਸਾਡਾ ਜਿਹੜਾ ਰੂਟਰ ਉਹ 12 ਵੋਲਟ ਦਾ ਸੀ ਤੇ ਅਸੀਂ ਇਹਨੂੰ 12 ਵੋਲਟ ਤੇ ਲੈ ਕੇ ਆਣਾ ਹੈ। ਹੁਣ ਫਿਲਹਾਲ ਸਾਡੇ ਕੋਲ 6 ਐਂਪੀਅਰ ਆ ਰਹੇ ਨੇ ਤੇ ਜਿਸ ਵੇਲੇ ਅਸੀਂ ਇਹ ਵੋਲਟੇਜ ਤੇਜ਼ ਕਰਦੇ ਹਾਂ ਤੇ ਇਹ ਜਿਹੜਾ 26 ਤੱਕ ਵੀ ਚਲੇ ਜਾਂਦੇ ਨੇ। ਅਸੀਂ ਇਹਨੂੰ ਸਿਰਫ ਜਿਹੜਾ 12 ਵੋਲਟ ਤੇ ਸੈੱਟ ਕਰ ਦੇਣਾ। 12 ਵੋਲਟ ਤੇ ਸੈੱਟ ਕਰਾਂਗੇ, ਵੋਲਟੇਜ ਭਾਵੇਂ ਘੱਟ ਹੋਣ ਜਾਂ ਵੱਧ ਹੋਣ 12 ਵੋਲਟ ਤੋਂ ਅੱਗੇ ਸਾਨੂੰ ਨਹੀਂ ਦੇਗਾ। ਹੁਣ ਅਸੀਂ ਜਿਸ ਵੇਲੇ ਸੈਟਿੰਗ ਕਰਦੇ ਹਾਂ ਤਾਂ ਤੁਸੀਂ ਵੇਖਿਆ ਕਿ 26 ਵੋਲਟ ਤੱਕ ਜਾ ਰਹੇ ਨੇ ਤੇ ਅਸੀਂ ਇਹਨੂੰ ਜਿਹੜਾ ਤਕਰੀਬਨ 12.4647 ਜਾਂ ਇਸ ਆਸ-ਪਾਸ ਜਿਹੜਾ ਇਹਨੂੰ ਰੱਖ ਦੇਣਾ ਹੈ। ਹੁਣ ਦੋਸਤੋ ਮੈਂ ਇਹਦੇ ਵਿੱਚ ਲਾ ਕੇ ਤੁਹਾਨੂੰ ਚੈੱਕ ਕਰਾ ਦੇਣਾ। ਜਿਵੇਂ ਅਸੀਂ ਇਹਦਾ ਬਟਨ ਆਨ ਕਰਾਂਗੇ ਤੁਸੀਂ ਇੱਥੇ ਵੇਖਿਆ ਜੇ ਇਹਦੇ ਇੱਥੇ ਪਾਵਰ ਵਾਲੀ ਆਨ ਲਾਈਟ ਆਨ ਹੋ ਜਾਏਗੀ ਤੇ ਥੋੜੀ ਦੇਰ ਵਾਸਤੇ ਬਲਿੰਕ ਕਰਦੀ ਹੁੰਦੀ ਹੈ ਤੇ ਬਾਅਦ ਦੇ ਵਿੱਚ ਸਟੇਬਲ ਹੋ ਜਾਂਦੀ ਹੈ। ਸਟੇਬਲ ਹੋਣ ਤੋਂ ਬਾਅਦ ਮੈਂ ਤੁਹਾਨੂੰ ਇਹਦਾ ਦੋਸਤੋ ਐਂਪੀਅਰ ਚੈੱਕ ਕਰਾ ਦੇਣਾ ਕਿ ਇਹ 3 ਵੋਲਟ ਕਿੰਨੇ ਐਂਪੀਅਰ ਇਸਤੇਮਾਲ ਕਰ ਰਿਹਾ ਤੇ 3 ਵੋਲਟ 0.82 ਐਂਪੀਅਰ ਇਸਤੇਮਾਲ ਕਰ ਰਿਹਾ, ਜਿਸ ਦੇ ਉੱਤੇ ਲੋਡ ਨਹੀਂ ਹੈ।